ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਗਲੀ ਕਹਾਣੀ ਕਰਾਂਗੇ ਨੀਲੀ, ਜੋ ਕਿ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਹੈ। ਨੀਲੀ ਕਹਾਣੀ ਵਿੱਚ ਕਹਾਣੀਕਾਰ ਨੇ ਪਸ਼ੂਆਂ ਦੀ ਸੰਵੇਦਨਸ਼ੀਲਤਾ ਦਾ ਬੜੇ ਮਾਰਮਿਕ ਤਰੀਕੇ ਨਾਲ ਵਰਣਨ ਕੀਤਾ ਹੈ। ਨੀਲੀ ਨਾਂ ਦੀ ਗਾਂ ਰੰਗ ਦੀ ਗੋਰੀ ਸੀ। ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ। ਕਹਾਣੀਕਾਰ ਦੀ ਪਤਨੀ ਨੇ ਇਸ ਕਰਕੇ ਨੀਲੀ ਨੂੰ ਚੁਣ ਕੇ ਉਸ ਦੇ ਦੁੱਧ ਦਾ ਭਾਅ ਮੁਕਾਇਆ ਸੀ। ਗਵਾਲਾ ਹਰ ਰੋਜ਼ ਨੀਲੀ ਨੂੰ ਕਹਾਣੀਕਾਰ ਦੀ ਕੋਠੀ ਲੈ ਆਉਂਦਾ ਅਤੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਗਾਂ ਦਾ ਦੁੱਧ ਗਾਗਰ ਭਰ ਕੇ ਚੋਂਦਾ। ਗਵਾਲਾ ਚਾਰਾ ਅਤੇ ਵੜੇਵੇਂ ਆਪਣੀ ਸ਼ਰਤ ਮੁਜਬ ਉਸਨੂੰ ਖਵਾਉਂਦਾ। ਦੁੱਧ ਦਾ ਭਾਅ ਮੁਕਾਉਣ ਵੇਲੇ ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਚਾਰਾ ਖਵਾਉਣ ਦੀ ਸ਼ਰਤ ਗਵਾਲੇ ਅੱਗੇ ਰੱਖੀ ਸੀ। ਕਹਾਣੀਕਾਰ ਦੀ ਪਤਨੀ ਕਦੀ-ਕਦੀ ਟੋਕਰੀ ਵੀ ਵੇਖ ਲੈਂਦੀ ਸੀ। ਡੰਗਰ ਨੂੰ ਚੰਗੀ ਖੁਰਾਕ ਮਿਲਣ ਨਾਲ ਮੱਖਣ ਵੀ ਚੋਖਾ ਨਿਕਲਦਾ। ਹਰ ਰੋਜ਼ ਨੀਲੀ ਦੇ ਆਉਣ 'ਤੇ ਕਹਾਣੀਕਾਰ ਉਸ ਦੀ ਖੁਰਾਕ ਖਾਣ ਦੀ ਤੇਜ਼ੀ ਬਾਰੇ ਸੋਚਦਾ ਰਹਿੰਦਾ। ਨੀਲੀ ਜਦੋਂ ਕਹਾਣੀਕਾਰ ਦੀ ਕੋਠੀ ਆਉਂਦੀ ਤਾਂ ਕਦੀ ਉਹ ਸੌਂ ਰਹੇ ਹੁੰਦੇ ਤੇ ਕਦੀ ਸੌਂ ਕੇ ਉੱਠ ਰਹੇ ਹੁੰਦੇ ਤੇ ਕਦੀ ਸੌਂ ਕੇ ਉੱਠ ਚੁੱਕੇ ਹੁੰਦੇ। ਕਈ ਮਹੀਨੇ ਇਸੇ ਤਰ੍ਹਾਂ ਬੀਤ ਗਏ। ਨੀਲੀ ਨੂੰ ਨਵੀਂ ਹੋਈ ਨੂੰ ਕਿੰਨੇ ਦਿਨ ਹੋ ਚੁੱਕੇ ਸਨ। ਨੀਲੀ ਅੱਜ ਦੁੱਧ ਤੋਂ ਲੱਤ ਮਾਰ ਗਈ ਸੀ। ਕੁਝ ਦਿਨਾਂ ਬਾਅਦ ਨੀਲੀ ਨੇ ਫਿਰ ਆਉਣਾ ਸ਼ੁਰੂ ਕਰ ਦਿੱਤਾ। ਹੁਣ ਨੀਲੀ ਦੇ ਪਿੱਛੇ ਉਹਦੀ ਵੱਛੀ ਵੀ ਆਉਂਦੀ, ਜੋ ਨਿਰੀ ਪੂਰੀ ਨੀਲੀ ਵਰਗੀ ਹੀ ਸੀ। ਕਹਾਣੀਕਾਰ ਦੀ ਪਤਨੀ ਦੀ ਦੁੱਧ ਦੀ ਲੋੜ ਜਿਵੇਂ ਨੀਲੀ 'ਤੇ ਨਿਰਭਰ ਹੋ ਗਈ ਸੀ। ਨੀਲੀ ਦਾ ਇੱਕ ਵੇਲੇ ਦਾ ਸਾਰਾ ਦੁੱਧ ਉਹ ਖਰੀਦ ਲੈਂਦੇ। ਕਹਾਣੀਕਾਰ ਦੀ ਪਤਨੀ ਮੁੜ-ਮੁੜ ਗਵਾਲੇ ਨੂੰ ਵੱਛੀ ਲਈ ਵਧੇਰੇ ਦੁੱਧ ਛੱਡਣ ਲਈ ਆਖਦੀ, ਪਰ ਗਵਾਲਾ ਆਪਣੀ ਮਰਜ਼ੀ ਕਰਦਾ। ਗਵਾਲੇ ਨੇ ਨੀਲੀ ਨੂੰ ਮਸਾਲਾ ਖਵਾਉਣਾ ਵੀ ਬੰਦ ਕਰ ਦਿੱਤਾ। ਅੱਜ-ਕੱਲ੍ਹ ਵੱਛੀ ਦੇ ਥੋੜ੍ਹਾ ਮੂੰਹ ਮਾਰਨ 'ਤੇ ਨੀਲੀ ਦੁੱਧ ਲਾ ਦਿੰਦੀ ਸੀ। ਇਸ ਕਰਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆਉਣੀ ਬੰਦ ਕਰ ਦਿੱਤੀ। ਪਰ ਕਹਾਣੀਕਾਰ ਤੇ ਉਸਦੀ ਪਤਨੀ ਦੇ ਸ਼ਿਕਾਇਤ ਕਰਨ 'ਤੇ ਗਵਾਲਾ ਆਖਦਾ ਕਿ ਉਹ ਸ਼ਾਮੀ ਤੂੜੀ ਵਿੱਚ ਮਸਾਲਾ ਪਾ ਕੇ ਬਕਾਇਦਾ ਨੀਲੀ ਨੂੰ ਖਵਾਉਂਦਾ ਹੈ। ਕਹਾਣੀਕਾਰ ਦੀ ਪਤਨੀ ਇਸ ਗੱਲ 'ਤੇ ਖਪਣ ਲੱਗ ਪਈ ਕਿ ਦੁੱਧ ਪਾਣੀ ਵਰਗਾ ਸੀ ਤੇ ਗਵਾਲਾ ਵੱਛੀ ਨੂੰ ਦੁੱਧ ਨਹੀਂ ਸੀ ਛੱਡਦਾ। ਪਰ ਗਵਾਲਾ ਆਖਦਾ ਕਿ ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ। ਅਖੀਰ ਨੀਲੀ ਦੀ ਵੱਛੀ ਮਰ ਗਈ। ਅਗਲੇ ਦਿਨ ਗਵਾਲੇ ਨੇ ਨਿੱਕੇ ਜਿਹੇ ਮੂੰਹ ਨਾਲ ਆ ਕੇ ਦੱਸਿਆ ਕਿ ਵੱਛੀ ਮਰ ਗਈ ਸੀ ਤੇ ਨੀਲੀ ਨੇ ਕੁਝ ਪੀਤਾ ਵੀ ਨਹੀਂ ਸੀ। ਅਸਲ ਵਿੱਚ ਉਹ ਇੱਕ ਦਿਨ ਦੁੱਧ ਦਾ ਨਾਗਾ ਹੋਣ ਬਾਰੇ ਦੱਸਣ ਆਇਆ ਸੀ। ਕਹਾਣੀਕਾਰ ਦੀ ਪਤਨੀ ਦੰਦ ਕਰੀਚ ਕੇ ਰਹਿ ਗਈ ਸੀ। ਉਸਨੂੰ ਪਤਾ ਸੀ ਕਿ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ, ਪਰ ਗਵਾਲਾ ਵਿਚਾਰੇ ਦਾ ਤਾਂ ਪਹਿਲਾਂ ਹੀ ਨੁਕਸਾਨ ਹੋ ਗਿਆ ਸੀ। ਫਿਰ ਗਾਂ ਦਾ ਤਾਂ ਪਤਾ ਵੀ ਨਹੀਂ ਸੀ ਕਿ ਉੱਕਾ ਹੀ ਲੱਤ ਮਾਰ ਜਾਏ। ਇਸ ਲਈ ਕਹਾਣੀਕਾਰ ਦੀ ਪਤਨੀ ਚੁੱਪ ਰਹੀ। ਪਰ ਗਵਾਲੇ ਦੇ ਮੁੜਨ 'ਤੇ ਬੁੱਲਾਂ ਵਿੱਚ ਬੁੜਬੁੜਾ ਕੇ ਕਹਿਣ ਲੱਗੀ, ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ ਏ। ਅਗਲੇ ਸਵੇਰੇ ਨੀਲੀ ਗੇਟ ਦੇ ਸਾਹਮਣੇ ਆ ਕੇ ਖੜ ਗਈ। ਗਵਾਲਾ ਪਿੱਛੇ ਮਸਾਲੇ ਦੀ ਟੋਕਰੀ ਲੈ ਕੇ ਆ ਰਿਹਾ ਸੀ। ਪਹਿਲਾਂ ਨੀਲੀ ਧੁੱਸ ਮਾਰ ਕੇ ਗੇਟ ਖੋਲ੍ਹ ਲੈਂਦੀ ਸੀ ਅਤੇ ਜੇਕਰ ਗੇਟ ਬੰਦ ਹੁੰਦਾ ਤਾਂ ਸਿੰਗਾਂ ਨਾਲ ਖੜਕਾਉਣ ਲੱਗ ਪੈਂਦੀ ਸੀ। ਪਰ ਅੱਜ ਉਹ ਉਦਾਸੀਆਂ ਅੱਖਾਂ ਨਾਲ ਨਿਮੋਚੁਣ ਆ ਕੇ ਖੜੀ ਹੋ ਗਈ ਸੀ। ਗਵਾਲਾ ਅੰਦਰ ਆਇਆ ਤਾਂ ਉਹਦੇ ਪਿੱਛੇ-ਪਿੱਛੇ ਨੀਲੀ ਗਿਣ-ਗਿਣ ਕੇ ਕਦਮ ਰੱਖ ਰਹੀ ਸੀ। ਮਹਿੰਦੀ ਦੇ ਬੂਟੇ ਵੱਲ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ। ਨੀਲੀ ਅੱਗੇ ਹੋਈ, ਪਰ ਉਸਨੇ ਮੂੰਹ ਮੋੜ ਲਿਆ। ਗਵਾਲੇ ਨੇ ਉਸਨੂੰ ਪੁਚਕਾਰ ਕੇ ਕੁਝ ਖਵਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਬੇਅਰਥ। ਅੱਜ ਉਸ ਤੋਂ ਕੁਝ ਨਹੀਂ ਸੀ ਖਾਧਾ ਜਾ ਰਿਹਾ। ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਮੁੜ ਪਿਆ। ਨੀਲੀ ਉਹਦੇ ਪਿੱਛੇ ਤੁਰ ਗਈ। ਕਹਾਣੀਕਾਰ ਦੀ ਪਤਨੀ ਨੇ ਨੌਕਰ ਨੂੰ ਡੇਅਰੀ ਤੋਂ ਦੁੱਧ ਲਿਆਉਣ ਲਈ ਕਿਹਾ। ਕਹਾਣੀਕਾਰ ਨੇ ਆਪਣੀ ਵੱਛੀ ਨੂੰ ਛਾਤੀ ਨਾਲ ਲਾਈ ਦੂਰ ਤੱਕ ਜਾਂਦੀ ਨੀਲੀ ਨੂੰ ਦੇਖ ਰਿਹਾ ਸੀ। ਅਗਲੇ ਦਿਨ ਮੂੰਹ ਹਨੇਰੇ ਹੀ ਗਵਾਲੇ ਦੇ ਪਿੱਛੇ-ਪਿੱਛੇ ਨੀਲੀ ਆਈ। ਗਵਾਲੇ ਨੇ ਮਹਿੰਦੀ ਦੇ ਬੂਟੇ ਥੱਲੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਟੋਕਰੀ ਵਿੱਚ ਮੂੰਹ ਮਾਰਨ ਲੱਗੀ। ਨੀਲੀ ਨੂੰ ਇਸ ਤਰ੍ਹਾਂ ਮਸਾਲਾ ਖਾਂਦੀ ਦੇਖ ਕੇ ਗਵਾਲਾ ਗਾਗਰ ਲੈ ਕੇ ਨੀਲੀ ਕੋਲ ਦੁੱਧ ਚੋਣ ਲਈ ਬੈਠ ਗਿਆ, ਪਰ ਉਹ ਪਰੇ ਹੋ ਗਈ। ਨੀਲੀ 3 ਦਿਨ ਦੀ ਭੁੱਖੀ ਸੀ। ਗਵਾਲੇ ਨੇ ਪੁਚਕਾਰ ਕੇ ਨੀਲੀ ਨੂੰ ਚੋਣ ਦੇ ਯਤਨ ਕੀਤੇ, ਪਰ ਉਹ ਲੱਤ ਛੱਡ ਕੇ ਪਰੇ ਹੋ ਜਾਂਦੀ। ਦੁਖੀ ਹੋ ਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਨੂੰ ਖੋਲ੍ਹਿਆ।
ਟੋਕਰੀ ਸਿਰ ਤੇ ਰੱਖ ਕੇ ਉਹ ਤੇਜ਼-ਤੇਜ਼ ਮੁੜ ਤੁਰਿਆ। ਨੀਲੀ ਗਵਾਲੇ ਨੂੰ ਦੇਖਣ ਲੱਗੀ। ਜਦੋਂ ਗਵਾਲਾ ਕੋਠੀ ਦੇ ਗੇਟ ਕੋਲ ਪੁੱਜਾ ਤਾਂ ਨੀਲੀ ਅੜਿੰਗੀ ਜਿਵੇਂ ਗਵਾਲੇ ਨੂੰ ਬੁਲਾ ਰਹੀ ਹੋਵੇ, ਪਰ ਉਹ ਕੋਠੀ ਤੋਂ ਬਾਹਰ ਚਲਾ ਗਿਆ। ਨੀਲੀ ਕਿੰਨਾ ਚਿਰ ਮਹਿੰਦੀ ਦੇ ਬੂਟੇ ਹੇਠ ਖੜੀ ਬੂਥੀ ਚੁੱਕੀ ਗੇਟ ਵੱਲ ਵੇਖਦੀ ਰਹੀ, ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ। ਕਦੀ-ਕਦੀ ਉਹ ਅੜਿੰਗਦੀ, ਜਿਵੇਂ ਗਵਾਲੇ ਨੂੰ ਆਵਾਜ਼ਾਂ ਮਾਰਦੀ ਕਹਿ ਰਹੀ ਹੋਵੇ ਕਿ ਮੇਰੇ ਮਾਲਕ, ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਅੱਜ ਤਾਂ 2 ਦਿਨ ਨਹੀਂ ਹੋਏ ਬੱਚੀ ਨੂੰ ਮਰੇ। ਅੱਜ 3 ਦਿਨਾਂ ਬਾਅਦ ਮੈਂ ਭੁੱਖਣ ਪਾਣੀ ਡਿਕਟੋਲੇ ਪਈ ਖਾਂਦੀ ਹਾਂ। ਮੈਂ ਨਹੀਂ ਕਹਿੰਦੀ ਮੈਂ ਹਮੇਸ਼ਾ ਦੁੱਧ ਨਹੀਂ ਦਿਆਂਗੀ, ਮੈਂ ਦੁੱਧ ਦਿਆਂਗੀ, ਪਰ ਕੁਝ ਹੋਰ ਤੂੰ ਸਬਰ ਕਰ ਲੈ। ਤੂੰ ਮੁੜਾ, ਇੰਜ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜ੍ਹਾ ਮੇਰੇ ਨਾਲ ਅਨਿਆਂ ਹੋਇਆ ਹੈ। ਤੂੰ ਮੁੜਾ ਮੇਰੇ ਮਾਲਕ। ਕਿੰਨੀ ਦੇਰ ਨੀਲੀ ਇਸੇ ਤਰ੍ਹਾਂ ਮਹਿੰਦੀ ਹੇਠ ਖੜੀ ਕੋਠੀ ਦੇ ਗੇਟ ਵੱਲ ਦੇਖਦੀ ਰਹੀ, ਪਰ ਗਵਾਲਾ ਨਹੀਂ ਮੁੜਿਆ। ਇਸ ਤਰ੍ਹਾਂ ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਪਸ਼ੂਆਂ ਪ੍ਰਤੀ ਮਨੁੱਖ ਦੇ ਸਵਾਰਥੀ ਰਵੱਈਏ ਨੂੰ ਚਿਤਰਿਆ ਹੈ। ਹੁਣ ਅਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਨੀਲੀ ਕਹਾਣੀ ਦਾ ਵਿਸ਼ਾ ਵਸਤੂ ਲਿਖੋ। ਉੱਤਰ ਹੋਏਗਾ, ਨੀਲੀ ਕਹਾਣੀ ਵਿੱਚ ਕਹਾਣੀਕਾਰ ਨੇ ਪਸ਼ੂਆਂ ਦੀ ਸੰਵੇਦਨਸ਼ੀਲਤਾ ਦਾ ਬੜੇ ਮਾਨਸਿਕ ਤਰੀਕੇ ਨਾਲ ਵਰਣਨ ਕੀਤਾ ਹੈ। ਗਊ ਨੀਲੀ ਜਿੰਨੀ ਦੇਰ ਤੱਕ ਦੁੱਧ ਦਿੰਦੀ ਹੈ, ਉਸ ਨੂੰ ਚੋਗਾ ਚਾਰਾ ਮਿਲਦਾ ਹੈ। ਜਦੋਂ ਉਸ ਦੀ ਵੱਛੀ ਜੰਮਦੀ ਹੈ ਤਾਂ ਗਵਾਲਾ ਆਪਣੀ ਆਰਥਿਕ ਮਜਬੂਰੀ ਵਸ ਵੱਛੀ ਨੂੰ ਲੋੜੀਂਦਾ ਦੁੱਧ ਪੀਣ ਲਈ ਨਹੀਂ ਛੱਡਦਾ। ਨਤੀਜੇ ਵਜੋਂ ਵੱਛੀ ਜਿਹੜੀ ਹੈ ਮਰ ਜਾਂਦੀ ਹੈ। ਵੱਛੀ ਮਰਨ 'ਤੇ ਨੀਲੀ ਇੰਨੀ ਉਦਾਸ ਹੋ ਜਾਂਦੀ ਹੈ ਕਿ ਉਸ ਨੂੰ ਕੁਝ ਵੀ ਖਾਣਾ ਚੰਗਾ ਨਹੀਂ ਲੱਗਦਾ। ਗਵਾਲਾ ਉਸ ਤੋਂ ਦੁੱਧ ਨਹੀਂ ਦਿੰਦੀ ਤਾਂ ਉਸ ਨੂੰ ਬੁਰੀ ਲੱਗਦੀ ਹੈ। ਫਿਰ ਉਹ ਉਸ ਦੇ ਅੱਗੇ ਚਾਰਾ ਚੁੱਕ ਲੈਂਦਾ ਹੈ। ਇਹ ਕਹਾਣੀ ਨੀਲੀ ਦੇ ਮਨੋਭਾਵਨਾ ਨੂੰ ਉਘਾੜਦੀ ਹੈ। ਹਵਾਲਾ ਉਸਨੇ ਕੇਵਲ ਦੁੱਧ ਦੇਣ ਦਾ ਸਾਧਨ ਸਮਝਦਾ ਹੈ, ਜਦਕਿ ਨੀਲੀ ਇੱਕ ਮਾਂ ਵੀ ਹੈ। ਵੱਡੀ ਦੇ ਮਰਨ 'ਤੇ ਉਸ ਦੀ ਮਮਤਾ ਵਲੁੰਦਰੀ ਜਾਂਦੀ ਹੈ। ਗਵਾਲਾ ਉਸ ਦੇ ਦੁੱਖ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ। ਅਗਲਾ ਪ੍ਰਸ਼ਨ ਹੈ, ਨੀਲੀ ਗਵਾਲੇ ਦੇ ਪਿੱਛੇ ਪਿੱਛੇ ਕਿਉਂ ਆਉਂਦੀ ਸੀ? ਉੱਤਰ ਹੋਏਗਾ, ਨੀਲੀ ਗਵਾਲੇ ਦੇ ਪਿੱਛੇ ਇਸ ਕਰਕੇ ਆਉਂਦੀ ਸੀ ਕਿਉਂਕਿ ਉਹ ਉਸ ਨੂੰ ਖਾਣ ਲਈ ਚਾਰਾ ਦਿੰਦਾ ਸੀ। ਅਗਲਾ ਪ੍ਰਸ਼ਨ ਹੈ, ਨੀਲੀ ਕਹਾਣੀ ਵਿੱਚ ਤਣਾਅ ਦੀ ਸਥਿਤੀ ਕਦੋਂ ਪੈਦਾ ਹੁੰਦੀ ਹੈ? ਨੀਲੀ ਗਾਂ ਦੀ ਵੱਛੀ ਪੈਦਾ ਹੋਣ 'ਤੇ ਗਵਾਲੇ ਦੁਆਰਾ ਵੱਛੀ ਨੂੰ ਘੱਟ ਦੁੱਧ ਛੱਡਣ ਕਰਕੇ ਵੱਛੀ ਦੇ ਮਰ ਜਾਣ ਕਾਰਨ ਕਹਾਣੀ ਵਿੱਚ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਕਿਸ ਦੀ ਅਣਹੋਂਦ ਵਿੱਚ ਨੀਲੀ ਗਾਂ ਦੇ ਕਦਮ ਬੋਝਲ ਹੋ ਜਾਂਦੇ ਹਨ ਤੇ ਕਿਉਂ? ਵੱਛੀ ਦੀ ਅਣਹੋਂਦ ਕਾਰਨ ਨੀਲੀ ਗਾਂ ਦੇ ਕਦਮ ਬੋਝਲ ਹੋ ਜਾਂਦੇ ਹਨ ਕਿਉਂਕਿ ਉਹ ਵੱਛੀ ਭੁੱਖ ਦੇ ਕਾਰਨ ਮਰ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਪਸ਼ੂਆਂ ਵਿੱਚ ਹੈਵਾਨੀਅਤ ਹੈ ਤੇ ਮਨੁੱਖ ਵਿੱਚ ਇਨਸਾਨੀਅਤ ਹੈ, ਪਰ ਨੀਲੀ ਕਹਾਣੀ ਵਿੱਚ ਇਹ ਉਲਟ ਸੀ। ਅਜਿਹਾ ਕਿਉਂ? ਕਿਉਂਕਿ ਕਹਾਣੀ ਵਿੱਚ ਪਾਤਰ ਨੀਲੀ ਆਪਣੀ ਵੱਛੀ ਦੇ ਮਰ ਜਾਣ ਕਰਕੇ ਦੁੱਧ ਨਹੀਂ ਦਿੰਦੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੀਲੀ ਦੁੱਧ ਨਹੀਂ ਦਿੰਦੀ ਤਾਂ ਗਵਾਲਾ ਉਸ ਕੋਲੋਂ ਖੁਰਾਕ ਖੋਹ ਲੈਂਦਾ ਹੈ। ਪਿਆਰੇ ਵਿਦਿਆਰਥੀਓ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਸਮਝ ਆ ਗਈ ਹੋਵੇਗੀ। ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।